ਅਸੀਂ ਵੇਖ ਰਹੇ ਹਾਂ ਕਿ ਗਰਮੀ, ਧੁੱਪ ਤੇ ਲੂ ਦਾ ਪ੍ਰਕੋਪ ਵੱਧ ਗਿਆ ਹੈ। ਘਰ ਤੋਂ ਬਾਹਰ ਨਾ ਹੀ ਨਿਕਲੀਏ ਤਾਂ ਬਿਹਤਰ, ਪਰ ਮਜਬੂਰੀ ਵਿੱਚ ਕਈ ਵਾਰੀ ਸਾਨੂੰ ਧੁੱਪ ਵਿੱਚ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ। ਜੇ ਘਰ ਤੋਂ ਬਾਹਰ ਨਿਕਲਣਾ ਹੀ ਪਵੇ ਤਾਂ ਕੀ ਉਪਰਾਲੇ ਕਰੀਏ, ਆਓ ਜਾਣਦੇ ਹਾਂ। ਡੀ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਜਾਣਦੇ ਹਾਂ ਕਿ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਵਾਰ ਗਰਮੀ ਵੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਕੰਮ ਦੇ ਲਈ ਘਰ ਤੋਂ ਬਾਹਰ ਜਾਣਾ ਪੈਂਦਾ ਹੈ, ਜਿਸ ਕਾਰਨ ਧੁੱਪ ਦੇ ਵਿੱਚ ਲੱਗਣ ਵਾਲੀ ਲੂ ਦੇ ਚਾਂਸ ਬਹੁਤ ਵੱਧ ਜਾਂਦੇ ਹਨ। ਤੇ ਅੱਜ ਅਸੀਂ ਜਾਣਾਂਗੇ ਧੁੱਪ ਤੋਂ ਲੱਗਣ ਵਾਲੀ ਲੂ ਤੋਂ ਕਿਸ ਤਰੀਕੇ ਦੇ ਨਾਲ ਬਚਿਆ ਜਾ ਸਕਦਾ ਹੈ। ਅੱਜ ਅਸੀਂ ਆਏ ਹਾਂ ਸਿਵਲ ਹਸਪੀਟਲ ਜਲੰਧਰ ਵਿੱਚ ਤੇ ਅੱਜ ਅਸੀਂ ਮਿਲਾਂਗੇ ਡਾਕਟਰ ਸਾਹਿਬਾਨ ਨਾਲ ਤੇ ਉਹ ਸਾਨੂੰ ਦੱਸਣਗੇ ਧੁੱਪ ਤੋਂ ਲੱਗਣ ਵਾਲੀ ਲੂ ਤੋਂ ਕਿੱਦਾਂ ਬਚਿਆ ਜਾ ਸਕਦਾ ਹੈ। ਇਸ ਵਾਰ ਗਰਮੀ ਦਾ ਮੌਸਮ ਬਹੁਤ ਜਲਦੀ ਸੈੱਟ ਇਨ ਹੋ ਗਿਆ ਹੈ ਔਰ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਸੋ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਸਾਡੀਆਂ ਜਿਹੜੀਆਂ ਆਊਟਡੋਰ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਇਹ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਕਿਸੇ ਸਾਡੇ ਬੱਚੇ ਨੂੰ ਜਾਂ ਕਿਸੇ ਮਜ਼ਦੂਰ ਨੂੰ ਜਾਂ ਕਿਸੇ ਨੂੰ ਵੀ ਜਿਹੜਾ ਅਸੀਂ ਧੁੱਪ ਦੇ ਵਿੱਚ ਬਾਹਰ ਜਾਂਦੇ ਹਾਂ, ਲੂ ਲੱਗਣ ਦਾ ਖਤਰਾ ਰਹਿੰਦਾ ਹੈ ਔਰ ਇਹ ਲੂ ਇੰਨੀ ਭਿਆਨਕ ਵੀ ਹੋ ਸਕਦੀ ਹੈ ਕਿ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਸੋ ਸਾਨੂੰ ਸਾਰਿਆਂ ਨੂੰ ਕੁਛ ਇੱਕ ਗੱਲਾਂ ਜਿਹੜੀਆਂ ਨੇ ਉਹਨਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਸਾਨੂੰ ਬਹੁਤ ਜ਼ਿਆਦਾ ਧੁੱਪ ਦੇ ਵਿੱਚ ਬਿਨਾਂ ਵਜ੍ਹਾ ਬਾਹਰ ਨਹੀਂ ਨਿਕਲਣਾ ਚਾਹੀਦਾ ਔਰ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਤਾਂ ਸਾਡੇ ਸਰੀਰ ਦਾ ਐਕਸਪੋਜ਼ਡ ਪਾਰਟ ਜਿਹੜਾ ਹੈ ਉਹ ਕਵਰਡ ਹੋਣਾ ਚਾਹੀਦਾ ਹੈ। ਸਾਨੂੰ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਹਾਈਡਰੇਟ ਕਰਕੇ ਰੱਖਣਾ ਚਾਹੀਦਾ ਹੈ ਕਿ ਪਾਣੀ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਉਹ ਸਾਦਾ ਪਾਣੀ ਵੀ ਹੋ ਸਕਦਾ ਹੈ, ਉਹ ਨਿੰਬੂ ਪਾਣੀ ਹੋ ਸਕਦਾ ਹੈ ਔਰ ਜੇ ਜ਼ਰੂਰਤ ਪਵੇ ਤਾਂ ਸਾਨੂੰ ਕਈ ਵਾਰ ORS ਓਰਲ ਰੀਹਾਈਡਰੇਸ਼ਨ ਸੋਲੂਸ਼ਨ ਵੀ ਲੈਣਾ ਪੈਂਦਾ ਹੈ। ਸੋ ਜੇ ਅਸੀਂ ਸਾਰੇ ਇਹ ਪ੍ਰੀਕਾਸ਼ਨ ਲਵਾਂਗੇ ਕਿ ਗਰਮੀ ਤੋਂ ਐਕਸਪੋਜਰ ਨੂੰ ਆਪਣੇ ਆਪ ਨੂੰ ਬਚਾਵਾਂਗੇ, ਆਪਣੇ ਸਰੀਰ ਨੂੰ ਬਚਾਵਾਂਗੇ ਔਰ ਬਿਨਾਂ ਵਜ੍ਹਾ ਜਿਹੜਾ ਹੈ ਉਹ ਧੁੱਪ ਦੇ ਵਿੱਚ ਜ਼ਿਆਦਾ ਗਰਮੀ ਦੇ ਵਿੱਚ ਨਹੀਂ ਨਿਕਲਾਂਗੇ ਔਰ ਸਭ ਤੋਂ ਇੰਪੋਰਟੈਂਟ ਜ਼ਰੂਰੀ ਹੈ ਕਿ ਆਪਣੇ ਸਰੀਰ ਨੂੰ ਹਾਈਡਰੇਟ ਕਰਕੇ ਰੱਖਾਂਗੇ। ਜੇ ਕਿਸੇ ਨੂੰ ਲੂ ਲੱਗ ਜਾਂਦੀ ਹੈ ਤਾਂ ਉਸ ਦਾ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਉਹਨੂੰ ਕਿਸੇ ਵੀ ਛਾਂਦਾਰ ਜਗ੍ਹਾ 'ਤੇ ਜਲਦੀ ਤੋਂ ਜਲਦੀ ਸ਼ਿਫਟ ਕਰਨਾ ਚਾਹੀਦਾ ਹੈ। ਉਸ ਦੇ ਕੱਪੜੇ ਢਿੱਲੇ ਕਰ ਦੇਣੇ ਚਾਹੀਦੇ ਹਨ ਔਰ ਜੇ ਜ਼ਰੂਰਤ ਹੋਵੇ ਤਾਂ ਉਹਨੂੰ ਪਾਣੀ ਜੋ ਕਿ ਸਾਦਾ ਪਾਣੀ ਵੀ ਹੋ ਸਕਦਾ ਹੈ ਔਰ ਜੇ ਸਾਡੇ ਕੋਲ ਅਵੇਲੇਬਲ ਹੋਵੇ ਤਾਂ ਅਸੀਂ ਠੰਡਾ ਪਾਣੀ ਜਾਂ ਈਵਨ ਬਰਫ਼ ਦੀ ਵਰਤੋਂ ਵੀ ਕਰ ਸਕਦੇ ਹਾਂ। ਸੋ ਲੂ ਲੱਗਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਔਰ ਜਿਸ ਦਾ ਜਿਹੜਾ ਜ਼ਿਆਦਾ ਭਿਆਨਕ ਅਸਰ ਸਾਡੇ ਸਰੀਰ ਦੇ ਅੰਦਰੂਨੀ ਅੰਗਾਂ 'ਤੇ ਔਰ ਖ਼ਾਸ ਕਰਕੇ ਦਿਮਾਗ 'ਤੇ ਪੈਂਦਾ ਹੈ। ਸੋ ਮੈਂ ਸਾਰਿਆਂ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਕਿ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਗਰਮੀ ਤੋਂ ਬਚਾਓ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਤੱਕ ਵੀ ਇਹ ਗਰਮੀ ਦਾ ਮੌਸਮ ਹੈ ਸਾਨੂੰ ਇਹ ਸਾਰੀਆਂ ਜਿਹੜੀਆਂ ਸਾਵਧਾਨੀਆਂ ਨੇ ਇਹ ਓਬਜ਼ਰਵ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਅਸੀਂ ਹੀਟ ਹੈਲਥ ਹੈਜ਼ਰਡ ਜਿਹੜੇ ਹਨ ਉਹਨਾਂ ਤੋਂ ਆਪਣੇ ਆਪ ਨੂੰ ਬਚਾ ਸਕੀਏ। ਜਿਵੇਂ ਕਿ ਅੱਜ ਕੱਲ੍ਹ ਗਰਮੀਆਂ ਦਾ ਮੌਸਮ, ਗਰਮੀਆਂ ਸ਼ੁਰੂ ਹੋ ਰਹੀਆਂ ਨੇ ਔਰ ਗਰਮੀਆਂ ਕਾफ़ੀ ਜ਼ਿਆਦਾ ਗਰਮੀ ਹੋ ਰਹੀ ਹੈ ਔਰ ਜਿਸ ਕਰਕੇ ਲੂ ਲੱਗਣ ਦੀ ਸੰਭਾਵਨਾ ਬਹੁਤ ਵੱਧ ਗਈ ਹੈ। ਲੂ ਤੋਂ ਕਿੱਦਾਂ ਬਚਾਇਆ ਜਾ ਸਕਦਾ ਹੈ? ਇਸ ਤੋਂ ਪਹਿਲਾਂ ਤਾਂ ਲੂ ਤੋਂ ਬਚਣ ਵਾਸਤੇ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। 11 ਵਜੇ ਤੋਂ ਲੈ ਕੇ 3 ਵਜੇ ਤੱਕ ਦੁਪਹਿਰ ਦੇ, ਇਹ ਕਿਉਂਕਿ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਹੁੰਦਾ ਹੈ, ਇਸ ਸਮੇਂ ਦੌਰਾਨ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਦੋਂ ਵੀ ਅਸੀਂ ਘਰੋਂ ਬਾਹਰ ਨਿਕਲੀਏ ਤੇ ਆਪਣੀ ਬਾਡੀ ਨੂੰ ਕਵਰ ਰੱਖਣਾ ਚਾਹੀਦਾ ਹੈ। ਕਾਟਨ ਦੇ ਕੱਪੜੇ ਪਾ ਕੇ, ਲੂਜ਼ ਕੱਪੜੇ ਪਾ ਕੇ ਹੱਥਾਂ, ਬਾਹਾਂ ਔਰ ਸਿਰ ਨੂੰ ਕਵਰ ਰੱਖਣਾ ਚਾਹੀਦਾ ਹੈ। ਹੋ ਸਕੇ ਤੇ ਸਨ ਗਲਾਸਿਸ, ਧੁੱਪ ਤੋਂ ਬਚਾ ਦੀਆਂ ਐਨਕਾਂ ਜ਼ਰੂਰ ਲਗਾਉਣੀਆਂ ਚਾਹੀਦੀਆਂ ਹਨ। ਔਰ ਐਕਸਟ੍ਰੀਮ ਐਕਸਰਸਾਈਜ਼, ਮਤਲਬ ਕਿ ਕਈ ਵਾਰੀ ਹੁੰਦਾ ਕਿ ਅਸੀਂ ਵੀ ਆਰ ਵੈਰੀ ਹੈਲਥ ਫਰੀਕ ਔਰ ਐਕਸਰਸਾਈਜ਼ ਤੋਂ ਐਕਸਟ੍ਰੀਮਲੀ ਬਹੁਤ ਜ਼ਿਆਦਾ ਐਕਸਰਸਾਈਜ਼ ਨਹੀਂ ਕਰਨੀ ਚਾਹੀਦੀ ਜਿਸ ਕਰਕੇ ਡੀਹਾਈਡਰੇਸ਼ਨ ਹੋ ਜਾਏ। ਔਰ ਧੁੱਪ ਦੇ ਵਿੱਚ ਨਿਕਲਣ ਦੇ ਦੌਰਾਨ ਸਾਨੂੰ ਸਨਸਕ੍ਰੀਨ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ, ਸਪੈਸ਼ਲੀ ਜਿਹਦਾ SPF 50% ਹੋਵੇ। ਫਿਰ ਜੇ ਸਾਨੂੰ ਇੱਦਾਂ ਦੇ ਲੱਛਣ ਫੀਲ ਹੋ ਰਹੇ ਨੇ ਕਿ ਜਿਵੇਂ ਅਸੀਂ ਧੁੱਪੇ ਨਿਕਲਦੇ ਹਾਂ ਅਤੇ ਬਹੁਤ ਜ਼ਿਆਦਾ ਘਬਰਾਹਟ ਹੋ ਰਹੀ ਹੈ ਜਾਂ ਬਹੁਤ ਜ਼ਿਆਦਾ ਸਿਰ ਦੁਖ ਰਿਹਾ ਹੈ ਜਾਂ ਫੇਂਟ ਹੋਣਾ ਸ਼ੁਰੂ ਹੋ ਰਿਹਾ ਹੈ ਕਿ ਜਿਵੇਂ ਲੱਗ ਰਿਹਾ ਕਿ ਅਸੀਂ ਫੇਂਟ ਹੋ ਜਾਵਾਂਗੇ ਜਾਂ ਦੌਰਾ ਪੈ ਰਿਹਾ ਹੈ ਜਾਂ ਬਹੁਤ ਜ਼ਿਆਦਾ ਮਸਲਸ ਜਾਂ ਸਾਡੀਆਂ ਮਾਸਪੇਸ਼ੀਆਂ ਦੇ ਵਿੱਚ ਖਿਚਾਅ ਜਾਂ ਕੜਲ ਪੈ ਰਹੇ ਹਨ ਔਰ ਜਾਂ ਸਾਨੂੰ ਲੱਗ ਰਿਹਾ ਹੈ ਕਿ ਸਾਡੇ ਪਿਸ਼ਾਬ ਦਾ ਰੰਗ ਜਿਹੜਾ ਗਾੜਾ ਹੋ ਰਿਹਾ ਹੈ ਜਾਂ ਬਹੁਤ ਜ਼ਿਆਦਾ ਟੈਂਪਰੇਚਰ ਵੱਧ ਗਿਆ ਹੈ, ਸਰੀਰ ਦਾ ਬਾਡੀ ਟੈਂਪਰੇਚਰ ਵੱਧ ਗਿਆ ਹੈ ਅਤੇ ਇਹ ਲੂ ਦੇ ਲੱਛਣ ਹਨ। ਜੇ ਸਾਨੂੰ ਇਸ ਤਰ੍ਹਾਂ ਦੇ ਲੱਛਣ ਹੁੰਦੇ ਨੇ ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਜਿੱਥੇ ਵੀ ਹੈ ਠੰਡੇ ਪਾਣੀ ਦੇ ਨਾਲ ਆਪਣੀ ਬਾਡੀ ਨੂੰ, ਆਪਣੇ ਸਰੀਰ ਨੂੰ
ਦੇ ਉੱਤੇ ਠੰਡਾ ਪਾਣੀ ਪਾ ਲਓ ਜਾਂ ਆਈਸ ਪੈਕ, ਸਪੈਸ਼ਲੀ ਜਿਵੇਂ ਆਪਣੇ ਆਰਮਪਿਟਸ ਦੇ ਥੱਲੇ ਜਾਂ ਆਪਣੀ ਬੈਕ ਦੇ ਉੱਤੇ ਜਾਂ ਬੋਡੀ ਦੇ ਐਕਸਪੋਜ਼ਡ ਪਾਰਟਸ ਦੇ ਉੱਤੇ ਜਾਂ ਸਿਰ ਦੇ ਉੱਤੇ ਬਰਫ਼ ਰੱਖੀ ਜਾ ਸਕਦੀ ਹੈ, ਜਿਸ ਦੇ ਨਾਲ ਇੱਕਦਮ ਟੈਂਪਰੇਚਰ ਘਟ ਸਕਦਾ ਹੈ। ਔਰ ਵੱਧ ਤੋਂ ਵੱਧ ਗਰਮੀਆਂ ਦੇ ਵਿੱਚ ਪਾਣੀ ਆਪਣੀ ਬੋਡੀ ਨੂੰ ਹਾਈਡਰੇਟ ਰੱਖਣਾ ਚਾਹੀਦਾ ਹੈ। ਨਿੰਬੂ ਪਾਣੀ ਦਾ ਇਸਤੇਮਾਲ ਤਰ੍ਹਾਂ ਖਰਬੂਜੇ, ਤਰਬੂਜ਼ ਔਰ ਖੀਰੇ, ਲੱਸੀ ਔਰ ਦਹੀਂ ਵਗੈਰਾ, ਜਿਵੇਂ ਸਾਡੇ ਪੁਰਾਣੇ ਬਜ਼ੁਰਗ ਵੀ ਦਹੀਂ ਔਰ ਲੱਸੀ ਦਾ ਬਹੁਤ ਇਸਤੇਮਾਲ ਕਰਦੇ ਹੁੰਦੇ ਸੀ, ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਔਰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਸਾਰੀਆਂ ਚੀਜ਼ਾਂ ਤੋਂ ਉੱਪਰ ਜਾਨ ਹੈ ਤੇ ਜਹਾਨ ਹੈ। ਸਾਡੀ ਅਗਰ ਸਿਹਤ ਅੱਛੀ ਹੈ ਤੇ ਤਾਂ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਵੱਧ ਤੋਂ ਵੱਧ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਾਂ ਔਰ ਤਰੱਕੀ ਔਰ ਪ੍ਰੋਗਰੈਸ ਕਰ ਸਕਦੇ ਹਾਂ ਔਰ ਖੁਸ਼ ਰਹਿ ਸਕਦੇ ਹਾਂ। ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਗਰਮੀ ਹੋ ਗਈ ਹੈ ਐਂਡ ਇਸ ਵਾਰ ਗਰਮੀ ਵੀ ਬਹੁਤ ਜ਼ਿਆਦਾ ਜਲਦੀ ਆ ਗਈ ਹੈ। ਇਸ ਨਾਲ ਆਪਣੇ ਪੂਰੇ ਸਰੀਰ 'ਤੇ ਤਾਂ ਅਸਰ ਪੈਂਦਾ ਹੀ ਹੈ, ਅੱਖਾਂ 'ਤੇ ਵੀ ਬਹੁਤ ਅਸਰ ਪੈਂਦਾ ਹੈ। ਅੱਖਾਂ ਆਪਣੇ ਬਹੁਤ ਹੀ ਇੰਪੋਰਟੈਂਟ ਪਾਰਟ ਹੈ ਆਪਣੇ ਬੋਡੀ ਦਾ, ਇਸ ਲਈ ਆਪਾਂ ਨੂੰ ਅੱਖਾਂ ਦਾ ਖਿਆਲ ਤਾਂ ਖਾਸ ਰੱਖਣਾ ਚਾਹੀਦਾ ਹੈ। ਜੇ ਹੁਣ ਲੂ ਦੇ ਕਰਕੇ ਆਪਾਂ ਨੂੰ ਕੀ ਹੋ ਸਕਦਾ ਹੈ, ਅੱਖਾਂ ਵਿੱਚ ਲਾਲੀ ਹੋ ਸਕਦੀ ਹੈ, ਬਹੁਤ ਜ਼ਿਆਦਾ ਜਲਨ ਹੋ ਸਕਦੀ ਹੈਗੀ ਹੈ, ਅੱਖਾਂ 'ਚੋਂ ਪਾਣੀ ਆ ਸਕਦਾ ਹੈਗਾ, ਅੱਖਾਂ ਦੇ ਵਿੱਚ ਕੋਈ ਗਿੱਧ ਵਗੈਰਾ ਜਾਂ ਹੋਰ ਇਹੋ ਜਿਹੀ ਪ੍ਰੋਬਲਮ ਆ ਸਕਦੀ ਹੈ। ਆਹ ਸਭ ਲੱਛਣ ਵੈਸੇ ਗਰਮੀ ਕਰਕੇ ਵੀ ਹੁੰਦੇ, ਲੂ ਲੱਗਣ ਕਰਕੇ ਵੀ ਆਹੀ ਸਿੰਪਟਮਸ ਹੁੰਦੇ ਨੇ। ਸੋ ਇਸ ਦਾ ਆਪਣਾ ਬਚਾਅ ਕਿੱਦਾਂ ਕਰਨਾ ਹੈ? ਸਭ ਤੋਂ ਪਹਿਲਾਂ ਕਿ ਆਪਾਂ ਬਹੁਤ ਤੇਜ਼ ਗਰਮੀ ਦਾ ਜਦੋਂ ਟਾਈਮ ਹੈ, ਸਪੈਸ਼ਲੀ ਜਿਵੇਂ ਸਵੇਰੇ ਦਾ ਟਾਈਮ ਹੈ, ਦੁਪਹਿਰ ਦਾ ਟਾਈਮ ਹੈ 12 ਤੋਂ 3 ਦੇ ਵਿੱਚ ਆਪਾਂ ਅਵੋਇਡ ਕਰੀਏ ਬਾਹਰ ਨਿਕਲਣਾ। ਦੂਸਰਾ, ਆਪਾਂ ਗੋਗਲਸ ਲਗਾਈਏ ਹਮੇਸ਼ਾ, ਅੱਖਾਂ ਨੂੰ ਮਲਣਾ ਨਹੀਂ ਹੈਗਾ ਕਦੇ ਵੀ। ਜੇ ਅੱਖਾਂ ਆਪਣੇ ਲਾਲ ਹੋ ਗਈਆਂ ਹੈ ਜਾਂ ਉਹਨਾਂ 'ਚੋਂ ਪਾਣੀ ਆ ਰਿਹਾ ਹੈ ਜਾਂ ਬਹੁਤ ਸਟਿੰਗਿੰਗ ਜਾਂ ਬਰਨਿੰਗ ਸੈਂਸੇਸ਼ਨ ਹੋ ਰਹੀ ਹੈ ਤਾਂ ਆਪਾਂ ਨੂੰ ਠੰਡੇ ਪਾਣੀ ਦਾ ਟਕੋਰ ਕਰਨਾ ਹੈ, ਆਈਸ ਲੈ ਕੇ ਕਿਸੇ ਕੱਪੜੇ ਵਿੱਚ ਆਪਣੇ ਅੱਖਾਂ 'ਤੇ ਲਗਾਉਣਾ ਹੈ। ਇਸ ਨਾਲ ਕੂਲਿੰਗ ਇਫੈਕਟ ਤਾਂ ਆਏਗਾ ਹੀ, ਬਾਅਦ ਵਿੱਚ ਆਪਾਂ ਨੂੰ ਐਜ਼ ਐਸੋਸੀਏਟਡ ਜੇ ਲੋੜ ਪਵੇ ਤਾਂ ਡਾਕਟਰ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ। ਬਾਕੀ ਆਪਾਂ ਗਰਮੀ ਤੋਂ ਬਚਾਅ ਲਈ ਜਿਵੇਂ ਕਿ ਤਰ੍ਹਾਂ ਲਓ, ਜੂਸ ਲਓ, ਪਾਣੀ ਲਓ, ਦਹੀਂ, ਆਹ ਚੀਜ਼ਾਂ ਦਾ ਸੇਵਨ ਕਰੋ ਜਿਸ ਨਾਲ ਕਿ ਬਾਡੀ ਦਾ ਟੈਂਪਰੇਚਰ ਘੱਟ ਤੋਂ ਘੱਟ ਰਹੇ। ਜਿੱਦਾਂ ਕਿ ਤੁਹਾਨੂੰ ਪਤਾ ਹੈ ਅੱਜ ਗਰਮੀਆਂ ਦਾ ਮੌਸਮ ਬਹੁਤ ਵੱਧ ਰਿਹਾ ਹੈ ਤੇ ਆਉਣ ਵਾਲੇ ਟਾਈਮ ਤੇ ਗਰਮੀਆਂ ਹੋਰ ਵਧਣਗੀਆਂ ਤੇ ਇਹਦੇ ਵਿੱਚ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਸਕਦੀ ਹੈ ਉਹ ਹੈ ਲੂ ਲੱਗਣਾ। ਇਹ ਬਹੁਤ ਆਮ ਤੇ ਬਹੁਤ ਕਾਮਨ ਪ੍ਰੋਬਲਮ ਹੈ ਜਿਹੜੇ ਕਿ ਹਰ ਇੱਕ ਵੱਡੇ ਤੋਂ ਲੈ ਕੇ ਛੋਟੇ ਇਨਸਾਨ ਨੂੰ ਵੀ ਆ ਸਕਦੀ ਹੈ। ਇਸ ਤੋਂ ਬਚਣ ਲਈ ਕੀ ਸਾਨੂੰ ਕਰਨਾ ਚਾਹੀਦਾ ਇਹ ਮੈਂ ਤੁਹਾਨੂੰ ਅੱਜ ਦੱਸਾਂਗੀ। ਸਭ ਤੋਂ ਪਹਿਲਾਂ ਇਹਦਾ ਕੀ ਲੱਛਣ ਹੋ ਸਕਦੇ ਆ। ਇਹਦੇ ਲਈ ਸਾਡੇ ਸਰੀਰ 'ਚ ਬਹੁਤ ਜ਼ਿਆਦਾ ਟੈਂਪਰੇਚਰ ਵਧੂਗਾ, ਸਾਨੂੰ ਕਨਫਿਊਜ਼ਨ ਰਹੂਗੀ, ਚੱਕਰ ਆਉਣਗੇ ਤੇ ਘਬਰਾਹਟ ਹੋਊਗੀ, ਪਿਆਸ ਲੱਗੂਗੀ ਬਹੁਤ ਜ਼ਿਆਦਾ ਤੇ ਸਾਨੂੰ ਦੌਰਾ ਵੀ ਪੈ ਸਕਦਾ ਹੈ। ਇਹਨੂੰ ਬਚਣ ਵਾਸਤੇ ਇਹਦੇ ਤੋਂ ਸਾਨੂੰ ਕੀ ਕਰਨਾ ਚਾਹੀਦਾ ਹੈ? ਜਦੋਂ ਵੀ ਸਾਨੂੰ ਬਾਹਰ ਨਿਕਲਣਾ ਉਸ ਤੋਂ ਪਹਿਲਾਂ ਸਾਨੂੰ ਬਹੁਤ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਸਾਨੂੰ ਆਪਣੇ ਨਾਲ ਹਮੇਸ਼ਾ ਪਾਣੀ ਦੀ ਬੋਤਲ ਰੱਖਣੀ ਚਾਹੀਦੀ ਹੈ ਤੇ ਸਾਨੂੰ ਲੂਜ਼ ਕੱਪੜੇ, ਹਲਕੇ ਰੰਗ ਦੇ ਕੱਪੜੇ ਤੇ ਇੱਦਾਂ ਦੇ ਕੱਪੜੇ ਪਾਉਣੇ ਚਾਹੀਦੇ ਹੈ। ਤੇ ਸਾਨੂੰ ਜੇ ਬਾਹਰ ਨਿਕਲਣਾ ਪੈ ਜਾਂਦਾ ਤੇ ਜ਼ਰੂਰੀ ਹੈ ਕਿ ਅਸੀਂ ਟੋਪੀ ਪਾਈਏ ਜਾਂ ਅੰਬਰੇਲਾ ਲੈ ਕੇ ਚੱਲੀਏ ਜਾਂ ਆਪਣੀ ਐਨਕ ਵੀ ਲਗਾਉਣੀ ਚਾਹੀਦੀ ਹੈ, ਕਾਲੀ ਐਨਕ। ਤੇ ਖਾਣ ਵਿੱਚ ਸਾਨੂੰ ਫਰੂਟਸ, ਸੀਜ਼ਨਲ ਫਰੂਟ ਜਿਹੜੇ ਹੁੰਦੇ ਆ ਜਿਹਦੇ ਵਿੱਚ ਪਾਣੀ ਦੀ ਜ਼ਿਆਦਾ ਅਮਾਊਂਟ ਹੁੰਦੀ ਹੈ, ਜਿੱਦਾਂ ਕਿ ਦਵਾਣਾ, ਖਰਬੂਜਾ, ਅੰਬ, ਖੀਰੇ, ਤਰ੍ਹਾਂ, ਇਹ ਸਾਰੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ ਨੇ। ਦਹੀਂ ਲੈਣੀ ਚਾਹੀਦੀ ਹੈ, ਲੱਸੀ ਲੈਣੀ ਚਾਹੀਦੀ ਹੈ, ਫਰੂਟਸ ਤੇ ਜੂਸ ਲੈਣੇ ਚਾਹੀਦੇ ਆ। ਤੇ ਜੇ ਸਾਨੂੰ ਲੱਗਦਾ ਹੈ ਕਿ ਸਾਨੂੰ ਲੂ ਲੱਗੀ ਹੈ, ਇਸ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ ਹੈ? ਫਸਟ ਏਡ ਟ੍ਰੀਟਮੈਂਟ ਸਾਨੂੰ ਕੀ ਕਰਨੀ ਚਾਹੀਦੀ ਹੈ? ਜੇ ਤਾਂ ਤੁਹਾਨੂੰ ਲੱਗਦਾ ਹੈ ਕੋਈ ਫੇਂਟ ਹੋ ਗਿਆ, ਉਹਨੂੰ ਸਭ ਤੋਂ ਪਹਿਲਾਂ ਛਾਂ ਵਿੱਚ ਲੈ ਕੇ ਜਾਣਾ ਹੈ ਤੇ ਉਹਦੇ ਵਿੱਚ ਠੰਡੇ ਪਾਣੀ ਦੀ ਟਕੋਰ ਕਰਨੀ ਹੈ, ਠੰਡਾ ਪਾਣੀ ਪਾਉਣਾ ਹੈ ਉਹਦੇ ਉੱਤੇ। ਜਦੋਂ ਉਹਨਾਂ ਨੂੰ ਹੋਸ਼ ਆਉਂਦਾ ਹੈ ਪਾਣੀ ਪਿਲਾਉਣਾ ਹੈ, ਜ਼ਿਆਦਾ ਤੋਂ ਜ਼ਿਆਦਾ ਪਾਣੀ ਦੇਣਾ ਹੈ ਤੇ ਇੱਦਾਂ ਆਪਾਂ ਇਸ ਤੋਂ ਫਸਟ ਏਡ ਦੇ ਸਕਦੇ ਹਾਂ। ਤੇ ਆਪਣਾ ਖਿਆਲ ਰੱਖਣਾ ਚਾਹੀਦਾ ਹੈ, ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ ਤੇ ਫਰੂਟਸ ਵਗੈਰਾ ਲੈਣਾ ਚਾਹੀਦੇ ਨੇ। ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਲੂ ਜਿਹੜੀ ਕੀ ਹੁੰਦੀ ਆ, ਕਿ ਲੂ ਦੇ ਵਿੱਚ ਜਿਹੜੇ ਛੋਟੇ ਬੱਚੇ ਅਸੀਂ ਉਹਨਾਂ ਨੂੰ ਆਪਣੀ ਲੈਂਗੁਏਜ ਇਨਫੈਂਟਸ ਕਹਿੰਦੇ ਆ, ਜਾਂ ਜਿਹੜੇ ਬੱਚੇ ਹੁੰਦੇ ਅਪ ਟੂ 4 ਈਅਰ ਉਮਰ ਤੱਕ, ਉਹਨਾਂ ਬੱਚਿਆਂ ਨੂੰ ਲੂ ਲੱਗਣ ਦੇ ਚਾਂਸ ਜ਼ਿਆਦਾ ਹੁੰਦੇ ਆ। ਕਿਉਂਕਿ ਇਹ ਜਿਹੜੇ ਛੋਟੇ ਬੱਚੇ ਹੁੰਦੇ ਆ, ਜਦੋਂ ਗਰਮੀਆਂ ਦੇ ਵਿੱਚ ਇੱਕਦਮ ਟੈਂਪਰੇਚਰ ਵੱਧਦਾ ਆ, ਇਹਨਾਂ ਦੀ ਬੋਡੀ ਜਿਹੜੀ ਆ ਟੈਂਪਰੇਚਰ ਵਧਣ ਨੂੰ ਹੌਲੀ ਹੌਲੀ ਐਡਜਸਟ ਕਰਦੀ ਆ। ਇਸ ਕਰਕੇ ਇਹਨਾਂ ਬੱਚਿਆਂ ਨੂੰ ਲੂ ਲੱਗਣ ਦੇ ਜ਼ਿਆਦਾ ਚਾਂਸ ਹੁੰਦੇ ਆ। ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਲੂ ਤੋਂ ਬਚਾਇਆ ਜਾ ਸਕਦਾ ਹੈ? ਜ਼ਿਆਦੀ ਗਰਮੀਆਂ ਤੇ ਬੱਚੇ ਨੂੰ ਅਵੋਇਡ ਕਰੋ ਬਾਹਰ ਲਿਜਾਣ ਤੋਂ, ਪਰ ਕਈਆਂ ਸਰਕਮਸਟੈਂਸ ਵਿੱਚ ਜਦੋਂ ਆਪਾਂ ਨੂੰ ਜਾਣਾ ਹੀ ਪੈਣਾ ਆ, ਅਸੀਂ ਐਡਵਾਈਜ਼ ਕਰਾਂਗੇ ਪਹਿਲਾਂ ਛੋਟਾ ਹੈਟ ਆਉਂਦੇ ਆ ਕਿ ਬੱਚੇ ਦੇ ਸਿਰ ਦੇ ਉੱਤੇ ਪੂਰਾ ਹੈਟ ਆਉਣਾ ਚਾਹੀਦਾ ਤਾਂ ਜੋ ਬੱਚੇ ਦੇ ਫੇਸ ਨੂੰ ਧੁੱਪ ਨਾ ਲੱਗੇ। ਦੂਸਰਾ, ਜਿਹੜੇ ਵੀ ਬੱਚੇ ਦੇ ਕੱਪੜੇ ਪਾਉਣੇ ਆ ਉਹ ਕੱਪੜੇ ਲੂਜ਼ ਹੋਣੇ ਚਾਹੀਦੇ ਆ ਤੇ ਲਾਈਟ ਕਲਰਡ ਹੋਣੇ ਚਾਹੀਦੇ ਆ।
ਤੇ ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹੁੰਦੀ ਹਾਂ ਕਿ ਬੱਚਿਆਂ ਨੂੰ ਇਸ ਚੀਜ਼ ਦਾ ਕਿਹੜਾ ਖਤਰਾ ਬਣਿਆ ਰਹਿੰਦਾ ਹੈ? ਦੇਖੋ, ਜਦੋਂ ਬੱਚੇ ਨੂੰ ਲੂ ਲੱਗ ਜਾਂਦੀ ਆ, ਉਸ ਬੱਚੇ ਦਾ ਸਿਸਟੈਮਿਕ ਤੌਰ ਤੇ ਕੋਈ ਵੀ ਨੁਕਸਾਨ ਹੋ ਸਕਦਾ। ਜਿੱਦਾਂ ਬੱਚੇ ਨੂੰ ਲੂ ਲੱਗੀ ਹੋਵੇ, ਸਭ ਤੋਂ ਪਹਿਲਾਂ ਬੱਚੇ ਦੀ ਜਿਹੜੀ ਸਕਿਨ ਆ ਉਹ ਡਰਾਈ ਹੋ ਜਾਂਦੀ ਆ, ਬੁੱਲ ਬੱਚੇ ਦੇ ਸੁੱਕਣ ਲੱਗ ਪੈਂਦੇ ਆ, ਜਿਹੜਾ ਬੋਲਣਾ ਸਲਰਡ ਸਪੀਚ ਕਹਿੰਦੇ ਆ, ਬੱਚਾ ਅਟਕ ਕੇ ਬੋਲਣਾ ਸ਼ੁਰੂ ਕਰ ਦਿੰਦਾ। ਤੇ ਜ਼ਿਆਦਾਤਰ ਫਿਰ ਜਦੋਂ ਜ਼ਿਆਦਾ ਸਟ੍ਰੋਕ ਲੱਗ ਜਾਏ ਤੇ ਬੱਚੇ ਨੂੰ ਦੌਰੇ ਪੈਣ ਦੇ ਵੀ ਇਹਦੇ ਵਿੱਚ ਚਾਂਸ ਹੁੰਦੇ ਆ। ਦੇਖੋ, ਸਭ ਤੋਂ ਪਹਿਲਾਂ ਸਾਨੂੰ ਦੇਖਣਾ ਚਾਹੀਦਾ ਬੱਚੇ ਦਾ ਟੈਂਪਰੇਚਰ ਉਸ ਟਾਈਮ ਕਿੰਨਾ ਹੈ। ਜੋ 100 ਤੋਂ ਜ਼ਿਆਦਾ ਹੈ, ਕਈ ਵਾਰੀ 104 ਤੱਕ ਵੀ ਪਹੁੰਚ ਸਕਦਾ ਹੈ। ਇਮੀਡੀਏਟਲੀ ਸਾਨੂੰ ਚਾਹੀਦਾ ਕਿ ਬੱਚੇ ਨੂੰ ਧੁੱਪ ਤੋਂ ਹਟਾ ਕੇ ਕਿਸੇ ਸ਼ੇਡ ਵਾਲੀ ਜਗ੍ਹਾ ਤੇ ਲੈ ਕੇ ਜਾਈਏ। ਜੇ ਹੋ ਸਕੇ ਤਾਂ ਬੱਚੇ ਨੂੰ ਠੰਡੀਆਂ ਚੀਜ਼ਾਂ ਦਿੱਤੀਆਂ ਜਾਣ, ਪਾਣੀ ਹੋ ਗਿਆ ਜਾਂ ਜੂਸ ਜਾਂ ਜਿਹੜੀ ਵੀ ਚੀਜ਼ ਉਸ ਟਾਈਮ ਅਵੇਲੇਬਲ ਹੋਏ, ਨਾਰੀਅਲ ਦਾ ਪਾਣੀ ਵੀ ਦਿੱਤਾ ਜਾ ਸਕਦਾ। ਤੇ ਇਸ ਤੋਂ ਇਲਾਵਾ ਹੋਰ ਕੀ ਹੋ ਸਕਦਾ ਡਾਕਟਰ ਸਾਹਿਬ? ਹੋਰ ਬੱਚਿਆਂ ਨੂੰ ਇੱਕ ਤਾਂ ਟੈਂਪਰੇਚਰ ਵਧੇਗਾ, ਬੱਚੇ ਦੀ ਜਿਹੜੀ ਸਕਿਨ ਹੁੰਦੀ ਹੈ ਉਹ ਠੰਡੀ ਹੋ ਜਾਂਦੀ ਹੈ, ਹੱਥ ਪੈਰ ਠੰਡੇ ਹੋ ਜਾਂਦੇ ਹੈ। ਆਮ ਤੌਰ ਤੇ ਸੋਚਿਆ ਜਾਏਗਾ ਕਿ ਬੱਚੇ ਦੇ ਹੱਥ ਪੈਰ ਗਰਮ ਹੋਣਗੇ, ਪਰ ਠੰਡੇ ਹੋ ਜਾਂਦੇ। ਬੱਚੇ ਨੂੰ ਉਲਟੀ ਆ ਸਕਦੀ ਹੈ ਜਾਂ ਉਲਟੀ ਆਉਣ ਦਾ ਦਿਲ ਕਰ ਸਕਦਾ ਹੈ, ਜਾਂ ਫਿਰ ਰੇਅਰ ਕੇਸਿਸ ਵਿੱਚ ਬੱਚੇ ਨੂੰ ਦੌਰੇ ਵੀ ਪੈ ਸਕਦੇ, ਬੱਚੇ ਨੂੰ ਬੇਹੋਸ਼ੀ ਵੀ ਹੋ ਸਕਦੀ। ਅਸੀਂ ਆਯੁਰਵੇਦਾ ਦੇ ਮਾਹਿਰ ਡਾਕਟਰਾਂ ਨੂੰ ਵੀ ਪੁੱਛਿਆ ਕਿ ਘਰ ਤੋਂ ਬਾਹਰ ਜਾਈਏ ਤੇ ਕੀ ਉਪਰਾਲੇ ਕਰੀਏ। ਜਿਵੇਂ ਕਿ ਤੁਸੀਂ ਜਾਣਦੇ ਹੋ, ਇਸ ਵਾਰ ਜਿਹੜੀ ਗਰਮੀ ਹੈ ਉਹ ਜਲਦੀ ਆ ਗਈ। ਪਿਛਲੇ ਸਾਲ ਇਹ ਗਰਮੀ ਮਈ ਦੇ ਐਂਡ 'ਚ ਆਈ ਸੀ, ਇਸ ਵਾਰ ਅਪ੍ਰੈਲ ਤੋਂ ਹੀ ਇਹ ਸ਼ੁਰੂ ਹੋ ਗਈ ਹੈ। ਔਰ ਇਹ ਗਰਮੀ ਹੈ ਕਿ ਇਹ ਜਿਹੜਾ ਉੱਤਰੀ ਭਾਰਤ ਦੇ ਵਿੱਚ ਉੱਤਰ ਪੂਰਬ ਤੇ ਪੱਛਮ ਦੀ ਪੂਰਬ ਦੀਆਂ ਜਿਹੜੀਆਂ ਹਵਾਵਾਂ ਹੈ, ਗਰਮ ਔਰ ਸ਼ੁਸ਼ਕ ਹਵਾਵਾਂ, ਉਹ ਗਰਮੀ ਕਰਦੀਆਂ ਨੇ ਤੇ ਟੈਂਪਰੇਚਰ ਨੂੰ ਵਧਾ ਦਿੰਦੀਆਂ ਨੇ। ਔਰ 40 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਜਿਹੜਾ ਹੋ ਜਾਂਦਾ ਹੈ, ਔਰ ਟੈਂਪਰੇਚਰ ਬਾਡੀ ਦਾ 104 ਤੋਂ 105 ਡਿਗਰੀ ਤੱਕ ਹੋ ਜਾਂਦਾ ਹੈ। ਔਰ ਜਿਵੇਂ ਕਿ ਇਹਦੇ ਵਿੱਚ ਕੰਮ ਕਰਨਾ ਬਹੁਤ ਹੀ ਔਖਾ ਹੋ ਜਾਂਦਾ, ਚੱਲਣਾ ਬਹੁਤ ਔਖਾ ਹੋ ਜਾਂਦਾ ਹੈ। ਉਹਦੇ ਵਿੱਚ ਸਾਨੂੰ ਕੀ ਪ੍ਰੀਕਾਸ਼ਨ ਰੱਖਣੇ ਚਾਹੀਦੇ, ਇਹਦੇ ਵਾਸਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਔਰ ਜਿੱਦਾਂ ਉਹਦੇ ਨਾਲ ਕੀ ਹੈ, ਸਰੀਰ ਸਾਡਾ ਮੰਦ ਹੋ ਜਾਂਦਾ ਹੈ ਔਰ ਘਬਰਾਹਟ ਹੋਣ ਲੱਗਦੀ ਹੈ, ਔਰ ਸਿਰ ਨੂੰ ਚੱਕਰ ਆਉਣ ਲੱਗਦੇ, ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਕਦੀ ਡੀਹਾਈਡਰੇਸ਼ਨ, ਪਾਣੀ ਦੀ ਕਮੀ ਹੋ ਜਾਂਦੀ ਹੈ। ਔਰ ਉਸ ਤੋਂ ਇਲਾਵਾ ਬੇਹੋਸ਼ ਵੀ ਹੋ ਸਕਦੇ ਹਾਂ, ਅਸੀਂ ਕੋਮਾ ਦੀ ਸਥਿਤੀ ਵਿੱਚ ਜਾ ਸਕਦੇ ਹਾਂ, ਔਰ ਉੱਤਰੋਤਰ ਸਟ੍ਰੋਕ ਵੀ ਹੋ ਸਕਦਾ ਹੈ। ਔਰ ਉਸ ਤੋਂ ਬਾਅਦ ਉੱਤਰੋਤਰ ਇਹ ਜਿਹੜੀ ਸਟ੍ਰੋਕ ਦੀ ਪ੍ਰੋਬਲਮ ਹੈ, ਕੰਪਲੀਕੇਸ਼ਨ ਦੇ ਤੌਰ ਦੇ ਉੱਤੇ ਸਾਡੇ ਦਿਮਾਗ, ਸਾਡੇ ਦਿਲ, ਕਿਡਨੀ, ਇਹਨਾਂ ਦੇ ਉੱਤੇ ਵੀ ਇਫੈਕਟ ਕਰ ਸਕਦੀ ਹੈ। ਅਤੇ ਤੁਰੰਤ ਸਾਨੂੰ ਇਹਦੇ ਬਾਰੇ ਕੁਝ ਵਿਚਾਰ ਕਰਨਾ ਚਾਹੀਦਾ ਹੈ। ਜਿਵੇਂ ਕਿ ਅੱਜ ਕੱਲ੍ਹ ਅਸੀਂ ਜਦੋਂ ਘਰ ਤੋਂ ਚੱਲੀਏ ਤੇ ਇੱਕ ਛਾਤਾ ਹੱਥ 'ਚ ਲੈ ਕੇ ਚੱਲੀਏ, ਔਰ ਸਿਰ ਦੇ ਉੱਤੇ ਕੋਈ ਸਾਨੂੰ ਕੱਪੜਾ ਔਰ ਜਾਂ ਟੋਪੀ ਰੱਖਣੀ ਚਾਹੀਦੀ ਹੈ, ਚਸ਼ਮਾ ਪਾ ਕੇ ਰੱਖਣਾ ਚਾਹੀਦਾ ਹੈ, ਔਰ ਹੱਥ ਦੇ ਵਿੱਚ ਇੱਕ ਪਾਣੀ ਦੀ ਬੋਟਲ ਸਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ। ਸਫ਼ਰ ਕਰਦੇ ਹੋਏ ਸਾਨੂੰ ਜ਼ਰੂਰ ਪਾਣੀ ਪੀਣਾ ਚਾਹੀਦਾ ਹੈ, ਕਿਉਂਕਿ ਸ਼ੁਸ਼ਕ ਹਵਾਵਾਂ ਹੋਣ ਦੇ ਨਾਲ ਬਾਡੀ ਦਾ ਟੈਂਪਰੇਚਰ ਵੈਸੇ ਹੀ ਘਟ ਜਾਂਦਾ ਹੈ। ਔਰ ਇਸ ਤੋਂ ਇਲਾਵਾ ਅਸੀਂ ਬਹੁਤ ਸਾਰੇ ਉਪਰਾਲੇ ਆਯੁਰਵੇਦ ਦੇ ਨਾਤੇ ਕਰ ਸਕਦੇ ਹਾਂ। ਆਯੁਰਵੇਦ ਦੇ ਵਿੱਚ ਕਿਹਾ ਗਿਆ ਹੈ ਕਿ ਵੈਸੇ ਸਾਨੂੰ ਸੂਤੀ ਕੱਪੜੇ ਔਰ ਜਿਹੜੇ ਸਾਡੇ ਕਾਟਨ ਦੇ ਕੱਪੜੇ, ਉਹਨਾਂ ਦਾ ਸਾਨੂੰ ਪਹਿਨਾਵਾ ਕਰਨਾ ਚਾਹੀਦਾ ਹੈ, ਔਰ ਖੁੱਲ੍ਹੇ ਕੱਪੜੇ ਪਾਉਣੇ ਚਾਹੀਦੇ ਹੈ। ਔਰ ਇਸ ਤੋਂ ਇਲਾਵਾ ਜਿਹੜਾ ਪੀਣ ਵਾਸਤੇ ਤਰਲ ਪਦਾਰਥਾਂ ਦਾ ਪ੍ਰਯੋਗ ਜ਼ਿਆਦਾ ਕਰਨਾ ਚਾਹੀਦਾ ਹੈ, ਜਿਵੇਂ ਕਿ ਨਿੰਬੂ ਦੀ ਸ਼ਿਕੰਜਵੀ ਹੈ, ਔਰ ਇਸ ਤੋਂ ਇਲਾਵਾ ਚੰਦਨ ਜਿਹੜਾ ਹੈ, ਚੰਦਨ ਆਸਵ ਆਉਂਦਾ ਹੈ, ਇੱਕ ਉਸ਼ੀਰ ਆਸਵ ਆਉਂਦਾ ਹੈ। ਇਸ ਤੋਂ ਇਲਾਵਾ ਖਸ ਦਾ ਸ਼ਰਬਤ, ਇਹਦਾ ਵੀ ਅਸੀਂ ਪ੍ਰਯੋਗ ਕਰ ਸਕਦੇ ਹਾਂ। ਔਰ ਇਸ ਤੋਂ ਇਲਾਵਾ ਅੱਜ ਕੱਲ੍ਹ ਮੌਲਸ ਦੇ ਵਿੱਚ ਵੀ ਸਾਨੂੰ ਸੱਤੂ, ਚਨੇ ਦੇ ਔਰ ਕਣਕ ਦੇ ਸੱਤੂ ਮਿਲਦੇ ਨੇ, ਉਹਨਾਂ ਨੂੰ ਅਸੀਂ ਪਾਣੀ ਦੇ ਵਿੱਚ ਘੋਲ ਕੇ, ਥੋੜ੍ਹਾ ਜਿਹਾ ਘੀ ਲਗਾ ਕੇ ਪਾਣੀ 'ਚ ਘੋਲ ਕੇ ਠੰਡੇ ਦੇ ਕੋਲਡ ਡਰਿੰਕ ਦੇ ਤੌਰ ਤੇ ਅਸੀਂ ਉਹਦਾ ਪ੍ਰਯੋਗ ਕਰ ਸਕਦੇ ਹਾਂ। ਅਤੇ ਇਸ ਤੋਂ ਇਲਾਵਾ ਗਿਲੋਏ ਦਾ ਰਸ ਹੈਗਾ, ਇਹਦਾ ਅਸੀਂ ਸੇਵਨ ਕਰ ਸਕਦੇ ਹਾਂ। ਔਰ ਜਿੱਦਾਂ ਫਲਾਂ ਦੇ ਜੂਸ ਹੈਗੇ ਆ, ਤਰਬੂਜ ਦਾ ਜਿਹੜਾ ਰਸ ਹੈਗਾ, ਸੇਬ ਦਾ ਸਿਰਕਾ ਹੈਗਾ, ਇਹਦਾ ਅਸੀਂ ਪ੍ਰਯੋਗ ਕਰ ਸਕਦੇ ਹਾਂ। ਔਰ ਸਾਨੂੰ ਹਮੇਸ਼ਾ ਹੀ ਜਿਹੜਾ ਖਾਣਾ ਹੈ ਉਹ ਹਲਕਾ ਫੁਲਕਾ ਲੈਣਾ ਚਾਹੀਦਾ ਹੈ, ਜਿਹਦੇ ਨਾਲ ਸਾਡਾ ਜਿਹੜਾ, ਕਿਉਂਕਿ ਸਾਡੀ ਪਾਚਨ ਸ਼ਕਤੀ ਵੀ ਜਿਹੜੀ ਆ ਮੰਦ ਹੋ ਜਾਂਦੀ ਹੈ, ਮਨ ਸਾਡਾ ਖਾਣਾ ਖਾਣ ਨੂੰ ਨਹੀਂ ਕਰਦਾ, ਕਿਉਂਕਿ ਪਾਣੀ ਵੀ ਸਰੀਰ ਦੇ ਵਿੱਚੋਂ ਘਟ ਜਾਂਦਾ ਤੇ ਅਗਨੀ ਦੀ ਮਾਤਰਾ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਤੇ ਇਸ ਕਰਕੇ ਸਾਨੂੰ ਘਰ ਤੋਂ ਉਪਰਾਲੇ ਕਰਕੇ ਹੀ ਇਹਦੇ ਨਾਲ ਚੱਲਣਾ ਚਾਹੀਦਾ ਹੈ। ਔਰ ਇਸ ਤੋਂ ਇਲਾਵਾ ਦੇਖਿਆ ਤੁਸੀਂ ਕਿ ਅੱਜ ਕੱਲ੍ਹ ਅੰਬ ਬਹੁਤ ਆਉਂਦਾ ਹੈ, ਕੱਚਾ ਅੰਬ, ਉਹਦਾ ਪਨਾ ਬਣਾ ਕੇ, ਅੰਬ ਨੂੰ ਉਬਾਲ ਕੇ, ਉਹਨੂੰ ਪਾਣੀ ਦੇ ਵਿੱਚ ਸਿਰਫ ਪਾਣੀ ਦੇ ਵਿੱਚ ਘੋਲ ਕੇ, ਚੀਨੀ ਔਰ ਉਹਦੇ 'ਚ ਜੀਰਾ ਵਗੈਰਾ ਪਾ ਕੇ ਅਸੀਂ ਉਹਦਾ ਸੇਵਨ ਕਰ ਸਕਦੇ ਹਾਂ। ਔਰ ਇਸ ਤੋਂ ਅਤਿਰਿਕਤ ਜਿਵੇਂ ਕਿ ਪੁਦੀਨਾ ਹੈ ਔਰ ਧਨੀਆ ਹੈ,
ਇਹ ਬਹੁਤ ਹੀ ਠੰਡੀ ਤਸੀਰ ਦੇ ਹੁੰਦੇ ਹਨ। ਇਸ ਦਾ ਰਸ ਵੀ ਲੈ ਸਕਦੇ ਹਾਂ ਜਾਂ ਇਹਦੀ ਚਟਨੀ ਬਣਾ ਕੇ ਅਸੀਂ ਪ੍ਰਯੋਗ ਕਰ ਸਕਦੇ ਹਾਂ। ਤੋ ਇਸ ਤੋਂ ਇਲਾਵਾ ਜੇ ਕੋਈ ਜ਼ਿਆਦਾ ਗੰਭੀਰ ਸਥਿਤੀ ਹੁੰਦੀ ਹੈ ਤੇ ਸਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਔਰ ਉਹਦੇ ਨਾਲ ਮਿਲ ਕੇ ਉਹਦੀ ਚਿਕਿਤਸਾ ਸਾਨੂੰ ਕਰਨੀ ਚਾਹੀਦੀ ਹੈ। ਔਰ ਹਮੇਸ਼ਾ ਬਦਲਦੇ ਮੌਸਮ ਦੇ ਨਾਲ ਸਾਨੂੰ ਆਪਣੀ ਤਿਆਰੀ ਪਹਿਲੇ ਤੋਂ ਹੀ ਰੱਖਣੀ ਚਾਹੀਦੀ ਹੈ ਔਰ ਐਸੇ ਉਪਰਾਲੇ ਜਿਨ੍ਹਾਂ ਦੇ ਨਾਲ ਅਸੀਂ ਇਸ ਲੂ ਤੋਂ, ਇਸ ਗਰਮੀ ਤੋਂ ਬਚ ਸਕੀਏ, ਠੰਡੀ ਥਾਂ ਤੇ ਰਹੀਏ। ਜੇ ਕਦੀ ਕਿਸੇ ਨੂੰ ਇਹ ਮੌਕਾ ਅਵਸਰ ਆ ਹੀ ਜਾਂਦਾ ਹੈ ਕਿ ਉਹਨੂੰ ਲੂ ਲੱਗ ਗਈ ਹੈ ਤਾਂ ਉਹਨੂੰ ਪਿਆਜ਼ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ ਔਰ ਠੰਡੇ ਪਾਣੀ ਦੇ ਨਾਲ ਨਹਾਉਣਾ, ਸਿਰ ਦੇ ਉੱਤੇ ਠੰਡੇ ਪਾਣੀ ਦੀ ਪੱਟੀ ਰੱਖਣਾ, ਗਰਦਨ ਤੇ, ਬਗਲ ਤੇ ਇਸ ਤਰ੍ਹਾਂ ਪਾਣੀ ਦਾ ਛਿੜਕਾਵ ਕਰਨਾ ਜਾਂ ਠੰਡੇ ਟੱਬ ਦੇ ਵਿੱਚ ਬੈਠਣਾ। ਇਹਨਾਂ ਉਪਰਾਲਿਆਂ ਦੇ ਨਾਲ ਅਸੀਂ ਜਿਹੜੀ ਸਾਡੀ ਵਧੀ ਹੋਈ ਸਰੀਰ ਦੀ ਉਸ਼ਣਤਾ ਹੈ ਉਹਦੇ ਤੋਂ ਅਸੀਂ ਨਿਜਾਤ ਪਾ ਸਕਦੇ ਹਾਂ, ਉਹਦੀ ਅਸੀਂ ਚਿਕਿਤਸਾ ਕਰ ਸਕਦੇ ਹਾਂ। ਇਸ ਮੌਸਮ ਵਿੱਚ ਸਾਨੂੰ ਜਿਹੜਾ ਆਹਾਰ ਵਿਹਾਰ ਲੈਣਾ ਚਾਹੀਦਾ ਉਹਦਾ ਥੋੜ੍ਹਾ ਜਿਹਾ ਤੁਹਾਨੂੰ ਦੱਸਣੀ ਆ ਵਿਵਰਣ ਮੈਂ ਇਹਦੇ ਬਾਰੇ। ਉਹਦੇ 'ਚ ਜਿਵੇਂ ਗਰਮੀਆਂ 'ਚ ਅਸੀਂ ਖਾਣਾ ਹੁੰਦਾ ਤੇ ਜਿਵੇਂ ਗੇਹੂੰ, ਦਹੀਂ, ਲੱਸੀ, ਦੁੱਧ, ਸੱਤੂ ਇਹਨਾਂ ਚੀਜ਼ਾਂ ਦਾ ਪ੍ਰਯੋਗ ਕਰਨਾ ਵਧੀਆ ਰਹਿੰਦਾ ਹੈ। ਤੇ ਜੇ ਅਸੀਂ ਲਿਕੁਇਡ ਜਿੰਨਾ ਜ਼ਿਆਦਾ ਅਸੀਂ ਪਾਣੀ ਪੀ ਸਕਦੇ ਹਾਂ ਉਹਨਾਂ ਜ਼ਿਆਦਾ ਵਧੀਆ ਰਹਿੰਦਾ ਹੈ ਐਕਸਪੀਰੀਅੰਸ। ਇਹਦੇ 'ਚ ਪਾਣੀ ਦੇ ਇਲਾਵਾ ਅਸੀਂ ਨਾਰੀਅਲ ਦਾ ਪਾਣੀ ਨਿੰਬੂ ਪਾਣੀ ਪੀ ਸਕਦੇ ਹਾਂ, ਨਾਰੀਅਲ ਦਾ ਪਾਣੀ ਪੀ ਸਕਦੇ ਹਾਂ, ਖਸ ਦਾ ਸ਼ਰਬਤ ਪੀ ਸਕਦੇ ਹਾਂ ਆਪਾਂ ਇਹਦੇ 'ਚ, ਬੇਲ ਦਾ ਸ਼ਰਬਤ ਆਉਂਦਾ ਉਹ ਪੀ ਸਕਦੇ ਹਾਂ ਇਹਦੇ 'ਚ ਅਸੀਂ। ਤੇ ਇਹੋ ਜਿਹੇ ਠੰਡੇ ਸ਼ਰਬਤ ਅਸੀਂ ਪ੍ਰਯੋਗ ਕਰੀਏ ਤਾਂ ਵਧੀਆ ਰਹਿੰਦਾ ਇਹਦੇ 'ਚ। ਇੱਕ ਧਨੀਆ, ਸੌਂਫ ਤੇ ਜੀਰਾ ਮਿਲਾ ਕੇ ਅਸੀਂ ਜੇ ਰੱਖ ਲਈਏ ਇਕੱਠੇ ਆਪਣੇ ਕੋਲ ਤੇ ਇਹਦੇ 1 ਚਮਚਾ ਦਾ ਮਿਸ਼ਰਣ ਲੈ ਕੇ ਅਸੀਂ ਜੇ 200 ml ਪਾਣੀ 'ਚ ਡੁਬੋ ਕੇ ਉਹਨੂੰ ਨਾਲ ਮਿਸ਼ਰੀ ਚੀਨੀ ਮਿਲਾ ਕੇ ਪੀ ਲਈਏ ਇਹਦੇ 'ਚ ਤੇ ਠੰਡ 'ਚ ਬਹੁਤ ਵਧੀਆ ਰਹਿੰਦਾ ਲੂ ਲੱਗਣ ਨੀਚੇ। ਤੇ ਇਹੋ ਜਿਹੇ ਐਸੇ ਗਰਮੀ ਦੇ ਮੌਸਮ ਵਿੱਚ ਸਾਨੂੰ ਜਿਵੇਂ ਦਿਨ ਦੇ ਟਾਈਮ ਲੰਬਾ ਹੁੰਦਾ, ਰਾਤਾਂ ਛੋਟੀਆਂ ਹੁੰਦੀਆਂ ਇਹਦੇ 'ਚ, ਤੇ ਸਾਨੂੰ ਰਾਤ ਦੇ ਟਾਈਮ ਬਹੁਤ ਲੰਬੇ ਟਾਈਮ ਜਾਗਣਾ ਨਹੀਂ ਚਾਹੀਦਾ। ਜੇ ਰਾਤੀ ਜਾਗਣ ਦੀ ਲੋੜ ਵੀ ਕਦੀ ਪਏ ਸਾਨੂੰ ਵਾਰੀ 1-1 ਘੰਟੇ ਬਾਅਦ ਗਲਾਸ ਪਾਣੀ ਪੀਣਾ ਬਹੁਤ ਵਧੀਆ ਰਹਿੰਦਾ। ਸਾਡੇ ਬੋਡੀ ਡੀਹਾਈਡਰੇਸ਼ਨ ਦਾ ਕੋਈ ਨੁਕਸਾਨ ਨਹੀਂ ਹੁੰਦਾ ਉਹਦੇ 'ਚ। ਤੇ ਸਾਨੂੰ ਪਾਣੀ ਦਾ ਭਰਪੂਰ ਪ੍ਰਯੋਗ ਕਰਨਾ ਉਹਦੇ 'ਚ। ਇਸ ਤੋਂ ਇਲਾਵਾ ਜੇ ਅਸੀਂ ਖਾਣ ਦੇ ਜਿੰਨੇ ਸੀਜ਼ਨ ਦੇ ਫਰੂਟ ਆਉਂਦੇ ਆ ਸਾਰੇ ਉਹਦੇ ਅਸੀਂ ਉਹਦਾ ਬੜਾ ਵਧੀਆ ਪ੍ਰਯੋਗ ਕਰ ਸਕਦੇ ਹਾਂ। ਜਿਵੇਂ ਅੱਜ ਕੱਲ੍ਹ ਅੰਗੂਰ ਹੁੰਦੇ ਹੈ, ਤਰਬੂਜ ਹੁੰਦੇ ਹੈ, ਖਰਬੂਜ ਹੁੰਦੇ ਹੈ। ਇਹ ਫਲਾਂ 'ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ, ਸਾਡੇ ਬੋਡੀ ਦੇ ਪਾਣੀ ਨੂੰ ਕੰਪਲੀਟ ਕਰਨ ਦਾ ਇਹ ਬੜਾ ਹੈਲਪ ਕਰਦੇ ਆ ਇਸ ਚੀਜ਼ 'ਚ। ਤੇ ਇਸ ਤੋਂ ਇਲਾਵਾ ਜੇ ਸਾਨੂੰ ਰਾਤੀ ਦੇਰ ਤੱਕ ਜਿਵੇਂ ਘਰੇਲੂ ਔਰਤਾਂ ਕੰਮ ਕਰਦੀਆਂ ਹੈ, ਆਪਣਾ ਇੱਕ ਕੰਮ ਕਰਨ ਤੋਂ ਬਾਅਦ ਦੁਪਹਿਰ ਤੋਂ ਬਾਅਦ ਨਹਾਉਣ ਦੀ ਕੋਸ਼ਿਸ਼ ਕਰਦੀਆਂ ਹੈ, ਤੇ ਕੋਸ਼ਿਸ਼ ਕਰੋ ਕਿ ਸਵੇਰੇ ਉੱਠ ਕੇ ਇੱਕ ਵਾਰ ਠੰਡੇ ਪਾਣੀ ਨਾਲ ਜੇ ਇਸ਼ਨਾਨ ਕਰ ਲਿਆ ਜਾਏ, ਭਾਵੇਂ ਦੁਬਾਰਾ ਨਹਾਉਣ ਦੀ ਲੋੜ ਪਏ ਤਾਂ ਬੰਦਾ ਨਹਾ ਸਕਦਾ ਇਹਦੇ 'ਚ। ਉਹਦੇ ਨਾਲ ਕੀ ਹੁੰਦਾ ਹੈ ਕਿ ਬੋਡੀ ਠੰਡਕ ਰਹਿੰਦੀ ਹੈ। ਤੇ ਇਸ ਤੋਂ ਇਲਾਵਾ ਤੁਹਾਨੂੰ ਜੇ ਕਦੀ ਲੂ ਲੱਗ ਵੀ ਜਾਏ, ਕਿਸੇ ਨੂੰ ਬਾਹਰੋਂ ਧੁੱਪ ਜੇ ਜ਼ਿਆਦਾ ਕੰਮ ਕਰਨਾ ਪੈ ਜਾਂਦਾ ਹੈ, ਤਾਂ ਉਹਦੇ 'ਚ ਸਰੀਰ ਵਿੱਚ ਪਾਣੀ ਦੀ ਮਾਤਰਾ ਪੂਰੀ ਰੱਖੀਏ। ਉਸ ਤੋਂ ਇਲਾਵਾ ਨਾਰੀਅਲ ਪਾਣੀ ਵਾਰੀ ਪੀਣ ਨੂੰ ਦੇਣ, ਜੀਰੇ ਦਾ ਪਾਣੀ ਵਾਰੀ ਪੀਣ ਨੂੰ ਦੇਣ, ਤੇ ਇਸ ਤੋਂ ਇਲਾਵਾ ਨਿੰਬੂ ਪਾਣੀ, ਇਹਨਾਂ ਚੀਜ਼ਾਂ ਦਾ ਜੇ ਅਸੀਂ ਪ੍ਰਯੋਗ ਕਰੀਏ ਤਾਂ ਅਸੀਂ ਲੂ ਨਾਲ ਆਪਣਾ ਬਚਾਅ ਕਰ ਸਕਨੇ ਹਾਂ। ਅੱਜ ਕੱਲ੍ਹ ਲੂ ਵਗ ਰਹੀ ਹੈ, ਜਦ ਕਿ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਮੌਸਮ ਕੀ ਹੈ ਸਾਡਾ। ਇਸ ਟਾਈਮ 'ਤੇ ਮਤਲਬ ਬੱਚਿਆਂ ਨੂੰ, ਬਜ਼ੁਰਗਾਂ ਨੂੰ ਇਸ ਟਾਈਮ ਨਹੀਂ ਨਿਕਲਣਾ ਚਾਹੀਦਾ ਬਾਹਰ, ਠੀਕ ਹੈ। ਜਿਹੜੇ BP ਦੇ ਮਰੀਜ਼ ਨੇ ਉਹਨਾਂ ਵਿੱਚ ਵੀ ਵੈਸੋਡਾਇਲੇਸ਼ਨ ਹੁੰਦੀ ਹੈ, ਤੁਹਾਨੂੰ ਪਤਾ ਕਿ ਉਹ ਮੈਡੀਸਨ ਖਾਂਦੇ ਨੇ, ਤੇ ਉਹਨਾਂ ਨੂੰ ਵੀ ਇਹਦੇ ਵਿੱਚ ਬਾਹਰ ਨਹੀਂ ਨਿਕਲਣਾ ਚਾਹੀਦਾ। ਕਿਉਂਕਿ ਮਤਲਬ ਉਹਨਾਂ ਦੀ BP ਦੀ ਪ੍ਰੋਬਲਮ ਹੈ, ਆਲਰੇਡੀ ਉਹਨਾਂ ਦੇ ਅੰਦਰ ਪਾਣੀ ਦੀ ਕਮੀ ਹੁੰਦੀ ਹੈ, ਤੇ ਇਸ ਕਰਕੇ BP ਦੇ ਮਰੀਜ਼ਾਂ ਨੂੰ ਵੀ ਬਾਹਰ ਨਿਕਲਣਾ ਨਹੀਂ ਚਾਹੀਦਾ। ਤੇ ਇਸ ਟਾਈਮ 'ਤੇ ਤੁਸੀਂ ਬੇਸਨ ਦਾ ਪ੍ਰਯੋਗ ਕਰ ਸਕਦੇ ਹੋ ਆਪਣੇ ਸਕਿਨ ਦੀ ਪ੍ਰੋਬਲਮਸ ਦੇ ਲਈ। ਤੁਸੀਂ ਬੇਸਨ ਦਾ ਪ੍ਰਯੋਗ ਕਰ ਸਕਦੇ ਹੋ, ਜਾਂ ਗ੍ਰਿਤ ਕੁਮਾਰੀ ਦਾ ਲੇਪ ਕਰ ਸਕਦੇ ਹੋ ਤੁਸੀਂ। ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਦੁਪਹਿਰ ਦੇ ਟਾਈਮ 12 ਤੋਂ 3 ਵਜੇ ਦਾ ਟਾਈਮ, ਜਿਸ ਤਰ੍ਹਾਂ ਦੁਪਹਿਰ ਦਾ, ਉਸ ਟਾਈਮ 'ਤੇ ਬਹੁਤ ਜ਼ਿਆਦਾ ਤੇਜ਼ ਧੁੱਪ ਹੁੰਦੀ ਹੈ। ਉਸ ਟਾਈਮ 'ਤੇ ਘਰੋਂ ਬਾਹਰ ਨਿਕਲਣਾ ਤੁਸੀਂ ਅਵੋਇਡ ਕਰ ਸਕਦੇ ਹੋ, ਨਾ ਨਿਕਲੋ। ਤੇ शाम ਨੂੰ जो कोई ज़रूरी काम है तो शाम ਨੂੰ जा सकते हो ਤੁਸੀਂ। बॉडी को हाइड्रेट करने के लिए प्रॉपर पानी पूनी और शरबत पिएं, चंदन का लेप लगाएं, और लू से बचने के लिए सूती कपड़ा होता है कॉटन का, वो फेस को कवर करें। और जैसे कि जो बच्चे होते हैं उनको इस मौसम में बाहर ना निकालें, जो ओल्ड एज पीपल होते हैं, जो बुज़ुर्ग होते हैं खासकर, उनको भी इस मौसम में बचाने के लिए जो BP के पेशेंट होते हैं, किडनी के पेशेंट होते हैं, उसमें इनको बाहर ना निकालें। शाम को 6 बजे तक और दोपहर से शाम तक इनका बचाव करें। यहाँ हम लू को 2 भागों में बांट सकते हैं। एक, आपको लू लगने से बचाव किस तरह से करना है, और दूसरा, लू लगने पर आपको किस तरह के प्रयास करने चाहिए। तो लू जो लगने का जो कारण है वो होता है आपके शरीर में पानी की कमी होना। आप घर से जब भी निकलें, नमक चीनी का, नींबू का पानी अपनी कम से कम 1 गिलास पानी ज़रूर पीकर निकलें। इसके अलावा नमकीन लस्सी का प्रयोग ज़्यादा से ज़्यादा करें। शरीर में जब नमक की कमी हो जाती है तो उससे लू के लक्षण बढ़ जाते हैं।
और वॉमिटिंग और दस्त के रूप में उसका रोग हमारे सामने दिखता है। ऐसे समय में आपको शरीर के अंदर पानी के साथ साथ नमक की पूर्ति भी आपको ज़रूर करनी चाहिए। इसलिए ORS जो कि WHO द्वारा प्रमाणित है उसका प्रयोग करना चाहिए। वॉमिटिंग होने पर आपको जूस पीना चाहिए। गन्ने का जूस अभी इस समय बहुत ज़्यादा आ रहा है, आप गन्ने का जूस पुदीने के साथ में पीजिए, काले नमक के साथ इसका प्रयोग करिए। इससे आप ना केवल लू से बचोगे बल्कि आपके शरीर के हाइड्रेशन भी मिलेगा। इसके अलावा आयुर्वेद की बहुत सारी तरीके से आप लू से बच सकते हैं। एलोवेरा लगा सकते हैं पल्प लू लगने पर। अगर किसी को लू लग जाती है तो ठंडा पानी है उससे आपको उसके शरीर को पोंछना चाहिए, उसके पोंछा लगाना चाहिए 5 से 7 बार, या उसको ठंडे पानी के अंदर उसको नहलाना चाहिए। इसके अलावा आयुर्वेद के अंदर गुडुचि सत्व और गोदंती भस्म का प्रयोग मधु के साथ दिन में 3 से 4 बार करना चाहिए। आजकल लू चलने की बात कर रहे हैं तो सबसे पहले हम बच्चों में देखते हैं, तो बच्चों में जो है उनका सिर ढक के रखना चाहिए और एहतियात बरतें कि अगर एसी में हैं आप तो इतनी जल्दी मौसम परिवर्तन ना करें, उन्हें बाहर ना लेकर जाएं। इससे क्या है कि उनके टेम्परेचर चेंज होने की वजह से उनको बीमारियां होने के चांसेस ज़्यादा रहते हैं। और हो सके तो बच्चों को दूध और पानी पिलाते रहें, और बाहर भी लेकर जाना है तो जब इमरजेंसी हो तब लेकर जाएं, और हमेशा छाते का प्रयोग करें। अगर हम वहीं बुज़ुर्गों की बात करें तो बुज़ुर्ग जो हैं वो डायबिटीज़, हाइपरटेंशन, इन सभी की दवाइयाँ लेते हैं, जिस कारण उनके शरीर में उष्णता होती है, और इस वृद्धावस्था में उनमें पानी की कमी होने के कारण उनको डिहाइड्रेशन के चांसेस रहते हैं। इसीलिए उनको जब भी वो बाहर निकलें तो वो चीनी और नमक का घोल बना के अपने साथ लेके जाएं, या पानी को अपने साथ रखें ताकि वो फेंट ना हो सकें, चक्कर ना आए और उनको बीमारियां ज़्यादा ना हों। तो इसी तरह से बुज़ुर्गों को और बच्चों को हम लू लगने से बचा सकते हैं। ਜਿਵੇਂ ਕਿ ਸਾਨੂੰ ਪਤਾ ਹੈ ਕਿ ਸਕਿਨ ਸਾਡੀ ਕਾਲੀ ਹੋ ਜਾਂਦੀ ਆ, ਬੰਨ ਹੋ ਜਾਂਦੀ ਆ ਤੇ ਬਲੈਮਿਸ਼ ਹੋ ਜਾਂਦੀਆਂ ਆ, ਛਾਈਆਂ ਜਿਨ੍ਹਾਂ ਨੂੰ ਕਹਿੰਦੇ ਆ, ਤੇ ਲਾਲੀ ਆ ਜਾਂਦੀ ਆ। ਠੀਕ ਹੈ, ਉਸ ਨੂੰ ਕਿਸ ਤਰੀਕੇ ਦੇ ਨਾਲ ਕੰਟਰੋਲ ਮਤਲਬ ਬਚਾਇਆ ਜਾ ਸਕਦਾ ਹੈ, ਕਿਸ ਤਰੀਕੇ ਦੇ ਨਾਲ ਉਹਨੂੰ ਆਪਾਂ ਰੋਕ ਸਕਦੇ ਆ, ਉਹ ਸਾਨੂੰ ਅਰਜੁਨ ਜੀ ਦੱਸਣਗੇ। ਸਭ ਤੋਂ ਪਹਿਲਾਂ ਆਪਾਂ ਸਕਿਨ ਨੂੰ ਬਚਾਉਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਕਰਨਾ ਪੈਣਾ ਕਿ ਜਿਹਦੇ ਨਾਲ ਆਪਾਂ ਡੀ10 ਵਗੈਰਾ ਕਰ ਸਕਦੇ ਹਾਂ ਸਕਿਨ ਦੇ ਉੱਤੇ। ਉਹਦੇ ਨਾਲ ਕਈ ਹੁੰਦਾ ਕਿ ਬਹੁਤ ਹੀ ਜ਼ਿਆਦਾ ਬਲੈਕ ਸਕਿਨ ਹੋ ਜਾਂਦੀ ਆ, ਕਈ ਵਾਰ ਬਹੁਤ ਹੀ ਜ਼ਿਆਦਾ ਬਲੈਕ ਸਕਿਨ ਹੋ ਜਾਂਦੀ ਹੈ, ਜਿਹਦੇ ਉੱਪਰ ਡੀ10 ਜਿਹਦੇ ਨਾਲ ਤੁਸੀਂ CTM ਵਗੈਰਾ ਦੇ ਨਾਲ ਉਹਨੂੰ ਪ੍ਰੋਪਰਲੀ ਅਨਈਵਨ ਟੋਨ ਨੂੰ ਈਵਨ ਟੋਨ ਕਰ ਸਕਦੇ ਆ। ਕਿ ਮਤਲਬ ਇੱਥੇ ਕਈ ਫੇਸ਼ੀਅਲਸ ਵਗੈਰਾ ਵੀ ਆਉਂਦੇ ਆ ਕਿ ਜੋ ਬਹੁਤ ਹੀ ਵਧੀਆ ਹੁੰਦੇ ਕਿ ਜੋ ਮਤਲਬ ਕਿ ਸਕਿਨ ਨੂੰ ਡੈਮੇਜ ਹੋਣ ਤੋਂ ਵੀ ਬਚਾਉਂਦੇ ਆ, ਜਿਸ ਦੇ ਨਾਲ ਤੁਸੀਂ SPF 13 ਜਾਂ 15 ਵੀ ਯੂਜ਼ ਕਰ ਸਕਦੇ ਆ ਸਨਬਰਨ ਹੋਣ ਵਾਸਤੇ। ਧੁੱਪ ਦੇ ਵਿੱਚ ਜ਼ਿਆਦਾ ਹੁੰਦਾ ਕਿ ਤੁਸੀਂ ਮਾਸਕ ਵਗੈਰਾ ਪਾ ਕੇ ਰੱਖੋ, ਜਾਂ ਕੈਪ ਵਗੈਰਾ ਤੁਸੀਂ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਿਹਦੇ ਨਾਲ ਆਪਣੀ ਸਕਿਨ ਨੂੰ ਆਪਾਂ ਅਨਈਵਨ ਹੋਣ ਤੋਂ ਬਹੁਤ ਜ਼ਿਆਦਾ ਬਚਾ ਸਕਦੇ ਹਾਂ। ਲੋਕ ਪਹਿਲਾਂ ਤਾਂ ਸੱਤੂ ਘੋਲ ਕੇ ਰੱਖੇ ਹੁੰਦੇ, ਪੀ ਕੇ ਰੱਖੇ ਹੁੰਦੇ ਸੀ ਸੱਤੂ, ਉਹ 'ਚ ਫਿਰ ਸ਼ੱਕਰ ਘੋਲ ਕੇ ਉਹ ਪਿਲਾ ਦੇਣਾ, ਉਹਦੇ ਨਾਲ ਥੋੜ੍ਹਾ ਸ਼ਾਂਤੀ ਰਹਿੰਦੀ ਹੈ, ਗਰਮੀ ਇੰਨੀ ਨਹੀਂ ਲੱਗਦੀ। ਫਿਰ ਸਾਰਾ ਦਿਨ ਕੰਮ ਕਰਨਾ ਹੁੰਦਾ। ਗਰਮੀਆਂ ਨੂੰ ਪਿੱਪਲਾਂ ਥੱਲੇ, ਬੋੜਾਂ ਦੇ ਥੱਲੇ ਬੈਠ ਜਾਣਾ, ਪਸ਼ੂ ਵੀ ਉੱਥੇ ਬੰਨ੍ਹ ਲੈਣੇ, ਆਪ ਵੀ ਉੱਥੇ ਬਹਿ ਜਾਣਾ, ਮੰਜੇ ਡਾਹ ਲਈਦਾ ਸੀ, ਉੱਥੇ ਜਾ ਕੇ ਟਾਈਮ ਪਾਸ ਕਰ ਲਈਦਾ। 4-5 ਵਜੇ ਤੱਕ ਬੈਠੀ ਦਾ ਸੀ। ਹਾਂਜੀ, ਅਤੇ ਉਹਦੇ ਨਾਲ ਹਾਂਜੀ ਉੱਥੇ ਸਾਰਾ ਕੁਝ ਚੱਲਦਾ ਸੀ। ਫਿਰ ਸਾਧੋ ਭਾਣ ਆ ਜਾਂਦੀ ਅਤੇ ਉਦੋਂ ਪਿੱਪਲਾਂ ਪਾ ਲਈ ਦੀ, ਪਿੱਪਲਾਂ ਦੇ ਪੀਂਘਾਂ ਪਾ ਲਈ ਦੀਆਂ, ਉਹ ਨਿਆਣੇ ਝੂਟਦੇ ਰਹਿਣਾ।